ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਇੱਕ ਬੜੇ ਅਹਿਮ ਮੁੱਦੇ ਉਤੇ ਕਰ ਰਹੇ ਹਾਂ, ਜਿਸ ਦੀਆਂ ਜਿਹੜੀਆਂ ਰੀਪਰਕਾਸ਼ਨਸ ਆ ਉਹ ਸਾਨੂੰ ਸਮਝਣੀਆਂ ਚਾਹੀਦੀਆਂ ਕਿ ਕੀ ਹਨ। ਕਿਉਂਕਿ USA ਨੇ, ਯਾਨੀ ਅਮਰੀਕਾ ਨੇ ਭਾਰਤ ਨੂੰ ਇੱਕ ਵਾਰਨਿੰਗ ਦਿੱਤੀ ਹੈ, ਚੇਤਾਵਨੀ ਦਿੱਤੀ ਹੈ। ਜਦੋਂ ਅਮਰੀਕਾ ਵਰਗਾ ਮੁਲਕ ਭਾਰਤ ਵਰਗੇ ਮੁਲਕ ਨੂੰ ਚੇਤਾਵਨੀ ਦੇ ਰਿਹਾ ਕਿਸੇ ਗੱਲ ਦੀ, ਤਾਂ ਉਸ ਦੇ ਪਿੱਛੇ ਬੜੀ ਕੋਈ ਗੰਭੀਰ ਡਿਵੈਲਪਮੈਂਟ ਹੈ। ਸਾਨੂੰ ਇਸ ਨੂੰ ਸਮਝਣਾ ਪਏਗਾ ਅਤੇ ਇਸ ਨੂੰ ਮੈਂ ਦੱਸਣ ਲਈ, ਇਸ ਦੇ ਅਰਥ ਸਮਝਾਉਣ ਲਈ ਆਪਣੇ ਦਰਸ਼ਕਾਂ ਨੂੰ ਇਸ ਮੁੱਦੇ ਦੀਆਂ ਪਰਤਾਂ ਦਰ ਪਰਤਾਂ ਖੋਲ੍ਹ ਕੇ ਦੱਸਾਂਗਾ ਕਿ ਅਮਰੀਕਾ ਵੱਲੋਂ ਦਿੱਤੀ ਹੋਈ ਚੇਤਾਵਨੀ ਦਾ ਮਤਲਬ ਕੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਖਬਾਰਾਂ ਵਿੱਚ ਖਬਰਾਂ ਲੱਗ ਚੁੱਕੀਆਂ, ਪਰ ਮੈਂ ਉਹਨਾਂ ਖਬਰਾਂ ਦੇ ਪਿੱਛੇ ਕੀ, ਪਰਦੇ ਪਿੱਛੇ ਕੀ ਹੈ, ਉਹਦਾ ਭੇਦ ਕੀ ਹੈ, ਉਸ ਨੂੰ ਖੋਲ੍ਹ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਅਮਰੀਕਾ ਨੇ ਜੋ ਚੇਤਾਵਨੀ ਦਿੱਤੀ ਹੈ, ਉਹਨਾਂ ਨੇ ਇਹ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ, ਜੋ ਸਿੱਖ ਫਾਰ ਜਸਟਿਸ ਦੇ ਮੁਖੀ ਹਨ, ਉਹਨਾਂ ਉੱਪਰ ਜੋ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਹਮਲਾ ਨਾਕਾਮ ਰਿਹਾ। ਤੋ ਇਸ ਨਾਕਾਮੀ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀ ਘਟਨਾਵਾਂ ਅਮਰੀਕਾ ਦੀ ਧਰਤੀ 'ਤੇ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਤੁਸੀਂ ਇੱਥੋਂ ਤੱਕ ਦੀਆਂ ਖਬਰਾਂ 'ਤੇ ਪੜ੍ਹੀਆਂ ਕਿ ਚੇਤਾਵਨੀ ਆਈ ਹੈ, ਪਰ ਇਹ ਚੇਤਾਵਨੀ ਕਿਹੜੀ ਸੰਸਥਾ ਨੇ ਦਿੱਤੀ ਹੈ ਅਮਰੀਕਾ ਦੀ, ਇਹਨੂੰ ਦੱਸਣਾ ਬੜਾ ਜ਼ਰੂਰੀ ਹੈ। ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਨੈਸ਼ਨਲ ਸਿਕਿਉਰਿਟੀ ਕੌਂਸਲ ਆਫ ਅਮਰੀਕਾ ਦਾ ਜਿਹੜਾ ਮੀਨਿੰਗ ਨਹੀਂ ਪਤਾ। ਮੈਂ ਤੁਹਾਨੂੰ ਇਹਦੇ ਮੀਨਿੰਗ ਦੱਸਣ ਲੱਗਾ, ਐਕਸਪਲੇਨ ਕਰਨ ਲੱਗਾ, ਫਿਰ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਕਿ ਇਹ ਜੋ ਬੁਲਾਰਾ ਹੈ, ਨੈਸ਼ਨਲ ਸਿਕਿਉਰਿਟੀ ਕੌਂਸਲ ਦਾ ਬੁਲਾਰਾ, ਇਸ ਦੇ ਸਪੋਕਸਮੈਨ ਨੇ, ਯਾਨੀ ਅਡਰੀਨੀ ਵਾਸਟਨ, ਉਸ ਨੇ ਇਹ ਗੱਲ ਜਨਤਕ ਕੀਤੀ ਹੈ ਕਿ ਭਾਰਤ ਨੂੰ ਅਮਰੀਕਾ ਨੇ ਟਾਪ ਮੋਸਟ ਲੈਵਲ ਤੋਂ ਜਿਹੜੀ ਆਪਸ ਵਿੱਚ ਗੱਲ ਹੋਈ ਹੈ, ਉਹਦੇ ਵਿੱਚ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਇਹ ਚੀਜ਼, ਇੱਦਾਂ ਦੀਆਂ ਗਤੀਵਿਧੀਆਂ ਅਮਰੀਕਾ ਦੀ ਧਰਤੀ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਤੋ ਜਦੋਂ ਸਭ ਤੋਂ ਉੱਪਰਲੇ ਪੱਧਰ ਦਾ ਮਤਲਬ ਹੈ ਕਿ ਜਾਂ ਤਾਂ ਗੱਲ ਅਮਰੀਕਾ ਦੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਜੀ ਮੋਦੀ ਵਿੱਚ ਇਸ ਮੁੱਦੇ 'ਤੇ ਹੋਈ ਹੈ, ਅਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਨੂੰ ਬਰਦਾਸ਼ਤ ਨਹੀਂ ਹੋ ਸਕਦਾ ਕਿ ਉਹਦੀ ਧਰਤੀ 'ਤੇ ਉਹਨਾਂ ਦੇ ਕਿਸੇ ਸਿਟੀਜ਼ਨ ਨੂੰ ਕਿਸੇ ਮੁਲਕ ਦੀ ਮਾਰਨ ਦੀ ਸਾਜ਼ਿਸ਼ ਕੀਤੀ ਜਾਏ। ਜੇਕਰ ਇਹ ਦੋ ਟਾਪ ਹਸਤੀਆਂ ਦੀ ਗੱਲਬਾਤ ਨਹੀਂ ਹੋਈ, ਤਾਂ ਫਿਰ ਦੋਨਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਹੋਊਗੀ। ਚਲੋ, ਇਸ ਗੱਲ ਦਾ ਤਾਂ ਨਿਰਣਾ ਤੁਹਾਨੂੰ ਸਮਝ ਲੈਣਾ ਚਾਹੀਦਾ। ਮੈਂ ਤੁਹਾਨੂੰ ਇਹ ਦੱਸਦਾ ਕਿ ਨੈਸ਼ਨਲ ਸਿਕਿਉਰਿਟੀ ਕੌਂਸਲ, ਜਿਹਦੇ ਸਪੋਕਸਮੈਨ ਨੇ ਪ੍ਰੈਸ ਕਾਨਫਰੰਸ ਕਰਕੇ ਵਾਰਨਿੰਗ ਵੀ ਦਿੱਤੀ ਹੈ, ਇਹ ਕੌਂਸਲ ਕੀ ਹੈ, ਇਸ ਗੱਲ ਨੂੰ ਸਮਝ ਲਓ ਕਿ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਹੀਂ ਹੈ, ਇਹ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬੁਲਾਰੇ ਹਨ। ਹੁਣ ਨੈਸ਼ਨਲ ਸਿਕਿਉਰਿਟੀ ਕੌਂਸਲ ਕੀ ਹੈ? ਇਹ ਇੱਕ ਸੰਸਥਾ ਹੈ ਉਹਨਾਂ ਦੀ, ਜਿਹੜੀ ਕਿ ਪ੍ਰੈਜ਼ੀਡੈਂਟ ਨੂੰ ਨੈਸ਼ਨਲ ਸਿਕਿਉਰਿਟੀ, ਇੰਟਰਨਲ ਸਿਕਿਉਰਿਟੀ ਅਤੇ ਬਾਹਰੋਂ ਸਿਕਿਉਰਿਟੀ ਦੀ ਥ੍ਰੈਟ, ਔਰ ਆਰਥਿਕ ਸਿਕਿਉਰਿਟੀ, ਵਾਤਾਵਰਨ ਦੀ ਸਿਕਿਉਰਿਟੀ ਅਤੇ ਇਸ ਨਾਲ ਸੰਬੰਧਿਤ ਇੱਦਾਂ ਦੀਆਂ ਸਿਕਿਉਰਿਟੀਆਂ ਦੇ ਹੋਰ ਮੁੱਦਿਆਂ ਦੀ ਲੰਬੀ ਲਿਸਟ ਹੈ। ਉਸ ਬਾਰੇ ਪਾਲਿਸੀ ਬਣਾ ਕੇ ਤਾਂ ਰਾਸ਼ਟਰਪਤੀ ਅਮਰੀਕਾ ਦੇ, ਜੋ ਹੁਣ ਜੋ ਬਾਈਡਨ ਹਨ, ਉਸ ਨੂੰ ਇਹ ਦਿੰਦੀ ਹੈ ਕਿ ਵੀ ਇਸ ਪਾਲਿਸੀ 'ਤੇ ਹੁਣ ਦੇਸ਼ ਦੇ ਰਾਸ਼ਟਰਪਤੀ ਤੁਰਨਗੇ।
ਹੁਣ ਉਸ ਦੇ ਮੈਂਬਰ ਕੌਣ ਕੌਣ ਹਨ, ਸੁਣੋ ਇਸ ਦੀ ਇੰਪੋਰਟੈਂਸ। ਇਸ ਦੇ ਮੈਂਬਰ ਹਨ ਡਿਫੈਂਸ ਸੈਕਟਰੀ ਦਾ ਮਤਲਬ ਡਿਫੈਂਸ ਮਿਨਿਸਟਰ, ਸੈਕਟਰੀ ਆਫ ਸਟੇਟ ਦਾ ਮਤਲਬ ਹੋਮ ਮਿਨਿਸਟਰ, ਸੈਕਟਰੀ ਆਫ ਐਨਰਜੀ, ਨੈਸ਼ਨਲ ਇੰਟੈਲੀਜੈਂਸ, ਦੇਸ਼ ਦੀ ਜੋ ਖੁਫੀਆ ਏਜੰਸੀਆਂ ਦੇ ਮੁਖੀ ਹਨ ਉਹ ਵੀ ਇਸ ਦੇ ਮੈਂਬਰ ਹਨ, ਦੇਸ਼ ਦੀ ਵਾਈਸ ਪ੍ਰੈਜ਼ੀਡੈਂਟ ਵੀ ਇਸ ਦੀ ਮੈਂਬਰ ਹੈ, ਅਤੇ ਹੋਰ ਕੈਬਨਿਟ ਮੰਤਰੀ, ਸਿਕਿਉਰਿਟੀ ਮੰਤਰੀ ਆਦਿ ਸਾਰੇ ਇਸ ਦੇ ਮੈਂਬਰ ਹਨ, ਜਿਸ ਵਿੱਚ ਕਿ ਇਹ ਮੁੱਦਾ ਡਿਸਕਸ ਹੋਇਆ। ਤੁਸੀਂ ਗੱਲ ਗੁਰਨਵੰਤ ਸਿੰਘ ਪੰਨੂ ਦੀ ਨਹੀਂ ਕਿ ਉਹ ਬਚ ਗਿਆ, ਉਸ 'ਤੇ ਹਮਲਾ ਕੀਤਾ ਗਿਆ ਜਾਂ ਕੀ ਕੀਤਾ ਗਿਆ। ਗੱਲ ਇਹ ਹੈ ਕਿ ਇਹ ਅਮਰੀਕਾ ਦੀ ਸਭ ਤੋਂ ਵੱਡੀ ਇੰਪੋਰਟੈਂਟ ਜਿਹੜੀ ਕਮੇਟੀ ਹੈ, ਜਿਸ ਦੀ ਅਹਿਮੀਅਤ ਮੈਂ ਤੁਹਾਨੂੰ ਦੱਸੀ ਹੈ, ਔਰ ਇਸ ਦੀ ਮੀਟਿੰਗ ਚੇਅਰ ਕਰਦਾ ਹੈ ਉਸ ਮੁਲਕ ਦਾ ਰਾਸ਼ਟਰਪਤੀ ਜਿਓ ਬਾਈਡਨ। ਇਸ ਕਮੇਟੀ ਦੇ ਸਪੋਕਸਮੈਨ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਇੰਡੀਆ 'ਤੇ ਦੋਸ਼ ਲਾਇਆ ਅਤੇ ਵਾਰਨਿੰਗ ਦਿੱਤੀ ਹੈ। ਤੁਸੀਂ ਦੇਖਿਆ ਹੋਣਾ ਇਸ ਵਾਰਨਿੰਗ ਤੋਂ ਬਾਅਦ ਅਮਰੀਕਾ ਦੀ ਬੋਲਤੀ ਬੰਦ ਹੋ ਗਈ। ਤੁਸੀਂ ਪਹਿਲੇ ਵੀ ਦੇਖ ਚੁੱਕੇ ਹੋ, ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਤਾਂ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਉੱਥੋਂ ਦੀ ਪਾਰਲੀਮੈਂਟ 'ਚ ਜਦੋਂ ਇਸ ਗੱਲ ਦਾ ਭੇਦ ਖੋਲ੍ਹਿਆ ਕਿ ਨਿੱਜਰ ਦੀ ਅਸੈਸੀਨੇਸ਼ਨ ਪਿੱਛੇ, ਉਹਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ, ਤਾਂ ਉਸ ਦਾ ਭਾਰਤ ਨੇ ਕਿੰਨੀ ਗਰਮਜੋਸ਼ੀ ਨਾਲ ਜਵਾਬ ਦਿੱਤਾ। ਮੈਂ ਤੁਹਾਨੂੰ ਉਸ ਸਮੇਂ ਦੀਆਂ ਲਾਈਨਾਂ ਦੱਸਦਾ ਜੋ ਭਾਰਤ ਨੇ ਜਸਟਿਨ ਟਰੂਡੋ ਦੀ ਗੱਲ ਨੂੰ ਸੀਰੀਅਸ ਹੀ ਨਹੀਂ ਲਿਆ ਅਤੇ ਉਸ ਨੂੰ ਖਾਰਜ ਕਰਨ ਲਈ ਦੋ ਗੱਲਾਂ ਕਹੀਆਂ। ਉਹਨਾਂ ਨੇ ਕਿਹਾ ਇਹ ਬੜਾ ਬੇਹੂਦਾ ਦੋਸ਼ ਹੈ ਅਤੇ ਇਹ ਖਾਸ ਮਨੋਰਥਾਂ ਤੋਂ ਪ੍ਰੇਰਿਤ ਹੈ। ਜੇਕਰ ਕੋਈ ਅਜਿਹੀ ਭਾਰਤ ਦੀ ਇਨਵੋਲਵਮੈਂਟ ਹੈ ਅਤੇ ਸਾਨੂੰ ਸਾਰਥਕ ਸੋਲਿਡ ਸਬੂਤ ਦਿੱਤੇ ਜਾਣ। ਪਰ ਕੈਨੇਡਾ ਨੇ ਸਿੱਧਾ ਕਿਹਾ ਕਿ ਭਾਰਤ ਇਸ ਵਿੱਚ ਜੋ ਇਨਵੈਸਟੀਗੇਸ਼ਨ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਕਰ ਰਹੀਆਂ ਹਨ, ਉੱਥੋਂ ਦੀ ਪੁਲਿਸ ਕਰ ਰਹੀ ਹੈ, ਉਸ ਵਿੱਚ ਸਹਿਯੋਗ ਦੇ। ਸੋ ਇਹ ਜੋ ਇਨਫੋਰਮੇਸ਼ਨ ਦਿੱਤੀ ਗਈ ਸੀ, ਇਹ ਇਨਫੋਰਮੇਸ਼ਨ ਕੈਨੇਡਾ ਨੂੰ ਅਮਰੀਕਾ ਨੇ ਦਿੱਤੀ ਸੀ ਕਿ ਇਹਨਾਂ ਵਿੱਚ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੈ। ਤੁਹਾਨੂੰ ਪਤਾ ਹੋਣਾ 5 ਆਈ ਕੰਟਰੀਆਂ ਹਨ ਜੋ ਆਪਸ ਵਿੱਚ ਕਿੱਥੋਂ ਵੀ ਦੁਨੀਆ ਦੀ ਕੋਈ ਇੰਟੈਲੀਜੈਂਸ ਉਹਨਾਂ ਦੇ ਮਿਲ ਜਾਏ ਖੁਫੀਆ ਏਜੰਸੀਆਂ ਨੂੰ, ਉਹ ਆਪੋ ਵਿੱਚ ਸਾਂਝੀ ਕਰਦੀਆਂ। ਇਹ ਵੈਸੇ ਤੁਹਾਨੂੰ ਪਤਾ ਹੈ, ਪਰ ਫਿਰ ਵੀ ਮੈਂ ਕੰਟਰੀਆਂ ਦੇ ਨਾਂ ਰਿਪੀਟ ਕਰ ਦੇਣਾ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK, ਯੂਨਾਈਟਿਡ ਕਿੰਗਡਮ ਐਂਡ ਨਿਊਜ਼ੀਲੈਂਡ। ਉਹਨਾਂ ਮੁਲਕਾਂ ਨੇ ਆਪੋ ਵਿੱਚ ਵੀ ਡਿਸਕਸ ਕੀਤੀ ਅਤੇ ਫਿਰ ਜਦੋਂ ਜਸਟਿਸ ਟਰੂਡੋ ਨੇ ਇਸ ਗੱਲ ਨੂੰ ਆਪਣੀ ਪਾਰਲੀਮੈਂਟ ਦੇ ਸਾਹਮਣੇ ਜਨਤਕ ਕੀਤਾ ਅਤੇ ਇਸ ਤੋਂ ਉਪਰੰਤ ਜਦੋਂ ਉਹ G20 'ਤੇ ਇੰਡੀਆ ਆਏ ਤਾਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਆਮੋ ਸਾਹਮਣੇ ਅੱਖ ਮਿਲਾ ਕੇ ਵੀ ਇਹ ਦੋਸ਼ ਲਗਾਇਆ। ਪਰ ਜਦ ਹੁਣ ਅਮਰੀਕਾ ਨੇ ਦੋਸ਼ ਲਗਾਇਆ ਤਾਂ ਭਾਰਤ ਦੀ ਬੋਲਤੀ ਬੰਦ ਹੋ ਗਈ ਹੈ। ਭਾਰਤ ਇਹ ਕਹਿ ਰਿਹਾ ਹੈ ਕਿ ਸਾਡੀਆਂ ਸੰਬੰਧਿਤ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ। ਉਹਨਾਂ ਨੇ ਇਹ ਨਹੀਂ ਕਿਹਾ ਕਿ ਅਮਰੀਕਾ ਝੂਠ ਬੋਲਦਾ ਹੈ, ਇਹ ਐਬਸਰਡ ਹੈ, ਇਹ ਗਲਤ ਹੈ, ਅਸੀਂ ਮੰਨਣ ਨੂੰ ਤਿਆਰ ਹੀ ਨਹੀਂ। ਇੰਡੀਆ ਚੁੱਪ ਹੈ। ਇਸ ਚੁੱਪੀ ਦਾ ਮਤਲਬ ਮੇਰੇ ਨਾਲੋਂ ਜ਼ਿਆਦਾ ਤੁਸੀਂ ਸਮਝ ਸਕਦੇ ਹੋ। ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦਾ, ਜਦੋਂ ਕੈਨੇਡਾ ਦੋਸ਼ ਲਾਉਂਦਾ ਹੈ
ਤਾਂ ਉਹਦੇ ਜਵਾਬ ਵਿੱਚ ਭਾਰਤ ਦੇ ਮੰਤਰੀਆਂ ਦੀ ਯਾਨੀ ਵਿਦੇਸ਼ ਮੰਤਰੀ ਹੋਣ ਜਾਂ ਕੈਨੇਡਾ ਦੇ ਵਿੱਚ ਭਾਰਤ ਦਾ ਜੋ ਹਾਈ ਕਮਿਸ਼ਨਰ ਹੈ, ਉਹਨਾਂ ਵਿੱਚ ਬੜੀ ਗਰਮਜੋਸ਼ੀ ਹੁੰਦੀ ਹੈ। ਭਾਰਤ ਦੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਹਨ ਸੰਜੇ ਕੁਮਾਰ ਜੀ। ਸੋ ਇਹ ਜੋ ਹੁਣ ਦੋਸ਼ ਲੱਗਾ ਹੈ, ਇਸ ਨਾਲ ਅਮਰੀਕਾ ਨੇ ਇਹ ਮੰਨ ਲਿਆ ਕਿ ਬਈ ਇਹ ਜੋ ਗੁਰਪਤਵੰਤ ਸਿੰਘ ਪੰਨੂ ਤੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਫੇਲ ਹੋਈ ਹੈ, ਉਸ ਪਿੱਛੇ ਭਾਰਤ ਦਾ ਹੱਥ ਹੈ। ਸੋ ਇਹ ਲੰਬੀ ਇੱਕ ਲਿਸਟ ਹੈ ਜੋ ਭਾਰਤ ਨੇ ਕਾਰਵਾਈਆਂ ਕੀਤੀਆਂ ਅਤੇ ਭਾਰਤ ਨੂੰ ਕਰਨੀਆਂ ਵੀ ਚਾਹੀਦੀਆਂ ਹਨ, ਕਿਉਂਕਿ ਦੁਨੀਆ ਵਿੱਚ ਬੈਠੇ ਹੋਏ ਵੱਖਵਾਦੀ ਖਾਲਿਸਤਾਨੀ ਤਰ੍ਹਾਂ ਤਰ੍ਹਾਂ ਦੀਆਂ ਭਾਰਤ ਨੂੰ, ਇਸ ਦੇ ਮੁਲਕ ਨੂੰ ਤੋੜਨ ਲਈ ਜੋ ਸਾਜ਼ਿਸ਼ਾਂ ਕਰਦੇ ਨੇ, ਜੋ ਗਤੀਵਿਧੀਆਂ ਕਰਦੇ ਨੇ, ਉਸ ਸਾਰੀ ਦਾ ਆਪਣੇ ਢੰਗ ਨਾਲ ਭਾਰਤ ਨੇ ਕੋਈ ਪਾਲਿਸੀ ਬਣਾਈ ਹੋਵੇ, ਇਹ ਕਿਸੇ ਨੂੰ ਨਹੀਂ ਪਤਾ ਅਤੇ ਨਾ ਹੀ ਭਾਰਤ ਇਹ ਕਹਿੰਦਾ ਵੀ ਅਸੀਂ ਇਹ ਕਰ ਰਹੇ ਹਾਂ। ਪਰ ਜਸਟਿਨ ਟਰੂਡੋ ਨੇ ਸਾਰੀ ਦੁਨੀਆ ਦੇ ਦੇਸ਼ਾਂ ਦੇ ਮੁਖੀਆਂ ਨੂੰ ਟੈਲੀਫੋਨਾਂ ਕਰ ਕਰਕੇ ਇਹ ਕਿਹਾ ਕਿ ਭਾਰਤ ਦੂਸਰੇ ਮੁਲਕਾਂ ਵਿੱਚ ਕਤਲੇਆਮ ਦੀਆਂ ਗਤੀਵਿਧੀਆਂ ਕਰਦਾ ਹੈ ਅਤੇ ਹਰਦੀਪ ਸਿੰਘ ਨਿੱਜਰ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸਨ ਅਤੇ ਸਿੱਖ ਫਾਰ ਜਸਟਿਸ ਦੇ ਵਾਈਸ ਚੇਅਰਮੈਨ ਸਨ, ਯਾਨੀ ਨੈਕਸਟ ਟੂ ਗੁਰਪਤਵੰਤ ਸਿੰਘ ਪੰਨੂ, ਉਸ ਦੇ ਕਤਲ ਦਾ ਦੋਸ਼ ਉਹਨਾਂ ਨੇ ਦੁਨੀਆ ਭਰ 'ਚ ਮੁਲਕਾਂ ਨੂੰ ਟੈਲੀਫੋਨ ਕਰਕੇ, ਯਾਨੀ ਕਿ ਫਰਾਂਸ ਨੂੰ, ਸਾਊਦੀ ਅਰੇਬੀਆ ਨੂੰ, ਕਤਰ ਨੂੰ, ਓਮਾਨ ਨੂੰ, UAE ਨੂੰ, ਇਹ ਜਿਹੜੇ ਨਾਮ ਹੈ ਤੁਹਾਡੇ ਨਾਲ ਸਾਂਝੇ ਕਰ ਰਿਹਾ, ਇਹ ਛਪੀਆਂ ਹੋਈਆਂ ਵਿਦੇਸ਼ਾਂ ਦੀਆਂ ਅਖਬਾਰਾਂ 'ਚ ਖਬਰਾਂ। ਸੋ ਜਸਟਿਨ ਟਰੂਡੋ ਨੇ ਭਾਰਤ ਦੀ ਜੋ ਬਦਨਾਮੀ ਸਾਰੀ ਦੁਨੀਆ ਵਿੱਚ ਕੀਤੀ ਹੈ, ਉਸ ਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਅਤੇ ਉਸ ਤੋਂ ਬਾਅਦ ਜਿਹੜਾ ਇਹ ਅਮਰੀਕਾ ਨੇ ਹੁਣ ਜੋ ਵਾਰਨਿੰਗ ਦਿੱਤੀ ਹੈ, ਔਰ ਮੈਂ ਤੁਹਾਨੂੰ ਉਸ ਸੰਸਥਾ ਦੀ ਮਹੱਤਤਾ ਦੱਸਿਆ ਜਿਹੜੀ ਜਸਟਿਨ ਟਰੂਡੋ ਵਾਲੀ ਐਲੀਗੇਸ਼ਨ ਸੀ, ਦੋਸ਼ ਸੀਗਾ, ਉਹ ਉਸ ਦੀਆਂ ਉੱਥੋਂ ਦੀਆਂ ਖੁਫੀਆ ਏਜੰਸੀਆਂ ਤੇ ਪੁਲਿਸ 'ਤੇ ਆਧਾਰਿਤ ਸੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਅਖਬਾਰ 'ਚ ਖਬਰ ਛਪ ਗਈ ਉੱਥੋਂ ਦੀ, ਤਾਂ ਗਲੋਬਲ ਐਂਡ ਮੇਲ ਅਖਬਾਰ ਵਿੱਚ, ਤਾਂ ਉਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਆਪਣੀ ਪਾਰਲੀਮੈਂਟ ਦੇ ਸਾਹਮਣੇ ਰੱਖਣਾ ਪਿਆ। ਇਸ ਸਾਰੇ ਜੋ ਮਾਮਲਾ ਦਾ ਸਾਹਮਣੇ ਆਇਆ, ਉਹਦੇ ਵਿੱਚ ਜਿਸ ਤਰ੍ਹਾਂ ਇਸ ਦੀ ਪੇਸ਼ਕਾਰੀ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕੀਤੀ, ਉਸ ਕਰਕੇ ਉਹਨਾਂ ਦੀ ਆਪਣੇ ਮੁਲਕ ਵਿੱਚ ਵੀ ਬੜੀ ਆਲੋਚਨਾ ਹੋਈ ਕਿ ਉਹਨਾਂ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਪਰ ਕਿਉਂਕਿ ਉਹਨਾਂ ਲਈ ਇਸ ਗੱਲ ਉੱਪਰ ਪਰਦਾ ਪਾਉਣਾ ਮੁਸ਼ਕਲ ਸੀ, ਉਹਨਾਂ ਨੇ ਆਪਣੀ ਪਾਰਲੀਮੈਂਟ ਨਾਲ ਇਹ ਜੋ ਉਹਨਾਂ ਦੇ ਕੋਲ ਤੱਥ ਸਨ, ਉਹਨਾਂ ਨੇ ਸਾਂਝੇ ਕੀਤੇ, ਕਿਉਂਕਿ ਕੋਈ ਵੀ ਮੁਲਕ ਬਰਦਾਸ਼ਤ ਨਹੀਂ ਕਰਦਾ ਉਹਨਾਂ ਦੀ ਧਰਤੀ ਉੱਪਰ ਉਹਨਾਂ ਦੇ ਸਿਟੀਜ਼ਨ ਨੂੰ ਕੋਈ ਬਾਹਰਲੀਆਂ ਸ਼ਕਤੀਆਂ ਆ ਕੇ ਮਾਰ ਜਾਣ। ਇਹ ਭਾਰਤ ਦੇ ਕੈਨੇਡਾ ਬਾਰੇ ਪਾਲਿਸੀ ਹੋਰ ਹੈ, ਅਮਰੀਕਾ ਬਾਰੇ ਪਾਲਿਸੀ ਹੋਰ ਹੈ। ਤੁਹਾਡੇ ਸਾਹਮਣੇ ਹੈ, ਅਮਰੀਕਾ ਨੂੰ ਮੋੜਵਾਂ ਜਵਾਬ ਨਹੀਂ ਦਿੱਤਾ ਇੰਡੀਆ ਨੇ, ਮੋੜਵਾਂ ਹਮਲਾ ਵੀ ਨਹੀਂ ਕੀਤਾ। ਇਹ ਕਿਹਾ ਕਿ ਸਾਡੀਆਂ ਸੰਬੰਧਿਤ ਜਿਹੜੀਆਂ ਏਜੰਸੀਆਂ ਉਹ ਇਸ ਨੂੰ ਦੇਖ ਰਹੀਆਂ ਨੇ, ਇਹਦੇ ਬਾਰੇ ਉਹ ਖੋਜ ਕਰ ਰਹੀਆਂ ਕਿ ਇਹ ਗੱਲ ਕੀ ਹੈ। ਤੁਸੀਂ ਹੁਣ ਦੇਖਿਆ ਹੋਣਾ ਹੈ ਕਿ ਜੋ ਭਾਰਤ ਦਾ ਹਾਈ ਕਮਿਸ਼ਨਰ ਹੈ ਕੈਨੇਡਾ ਵਿੱਚ, ਸੰਜੇ ਕੁਮਾਰ ਜੀ, ਉਹ ਅੱਜ ਕੱਲ੍ਹ ਅਖਬਾਰਾਂ ਵਿੱਚ ਬੜੇ ਸਰਗਰਮ ਹੋਏ ਹਨ। ਉਸ ਦਾ ਵੀ ਮੈਂ ਤੁਹਾਨੂੰ ਕਾਰਨ ਦੱਸਦਾ। ਪਹਿਲੇ ਇਹ ਦੱਸਦਾ ਉਹਨਾਂ ਨੇ ਕਿਹਾ ਕੀ ਹੈ।
ਉਹਨਾਂ ਨੇ ਇਹ ਕਿਹਾ ਕਿ ਭਾਰਤ ਨੂੰ ਕੈਨੇਡਾ ਨੇ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਪਹਿਲੇ ਹੀ ਅਪਰਾਧੀ ਘੋਸ਼ਿਤ ਕਰ ਦਿੱਤਾ, ਅਪਰਾਧਿਕ ਦੋਸ਼ ਠਹਿਰਾ ਦਿੱਤੇ। ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਵੇਂ, ਤਾਂ ਉਹ ਕਹਿੰਦਾ ਕਿ ਇਹ ਗੱਲ ਦਾ ਸਬੂਤ ਇਹ ਹੈ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇਹ ਕਹਿੰਦੇ ਕਿ ਭਾਰਤ ਇਸ ਹੋ ਰਹੀ ਨਿੱਜਰ ਦੀ ਕਤਲ ਦੀ ਇਨਵੈਸਟੀਗੇਸ਼ਨ ਵਿੱਚ ਸਹਿਯੋਗ ਦੇ। ਸੋ ਸਹਿਯੋਗ ਮੰਗਿਆ ਉਸ ਨੂੰ, ਔਰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜਾ ਉੱਥੋਂ ਦੇ ਖਾਲਿਸਤਾਨੀ ਹਨ ਕੈਨੇਡਾ ਦੇ, ਉੱਥੋਂ ਦੇ ਜੋ ਤਿੱਖੇ ਗਰਮਜੋਸ਼ੀ ਵਾਲੇ ਖਾਲਿਸਤਾਨੀ ਹਨ, ਉਹ ਡਿਪਲੋਮੇਟਸ ਨੂੰ ਡਰਾ ਵੀ ਰਹੇ ਨੇ ਅਤੇ ਧਮਕਾ ਵੀ ਰਹੇ ਨੇ, ਅਤੇ ਕੈਨੇਡਾ ਇਹਦੇ ਉੱਪਰ ਕੋਈ ਹਲੇ ਤੱਕ ਐਕਸ਼ਨ ਨਹੀਂ ਲੈ ਰਿਹਾ। ਉਹਨਾਂ ਦੀ ਮੰਗ ਹੈ। ਦੂਜਾ ਉਹਨਾਂ ਨੇ ਇਹ ਕਿਹਾ, ਜਿਹੜੀ ਉਹਨਾਂ ਨੇ ਹੁਣ ਟੈਲੀਵਿਜ਼ਨ ਚੈਨਲ ਨਾਲ ਗੱਲ ਕੀਤੀ ਹੈ, ਕਿ ਜੇਕਰ ਕੈਨੇਡਾ ਕੋਲ ਕੋਈ ਇਸ ਗੱਲ ਦਾ ਪ੍ਰੂਫ ਹੈ ਕਿ ਇਸ ਵਿੱਚ ਇੰਡੀਆ ਦਾ ਹੱਥ ਹੈ ਨਿੱਜਰ ਦੇ ਕਤਲ ਵਿੱਚ, ਤਾਂ ਸਾਨੂੰ ਦੇ, ਅਸੀਂ ਉਹਦੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਹਾਂ। ਪਰ ਉਹਨਾਂ ਨੇ ਕਿਹਾ ਕਿ ਕੈਨੇਡਾ ਕੋਲ ਕੋਈ ਪ੍ਰੂਫ ਨਹੀਂ ਹੈਗਾ। ਕੈਨੇਡਾ ਨੇ ਸਾਨੂੰ ਵੈਸੇ ਹੀ ਦੁਨੀਆ ਦੀ ਅੱਗੇ ਦੋਸ਼ੀ ਠਹਿਰਾ ਕੇ ਬਦਨਾਮੀ ਕੀਤੀ ਹੈ। ਪਰ ਮੇਰਾ ਜੋ ਵਿਚਾਰ ਹੈ, ਮੈਂ ਇਹਨਾਂ ਦੋ ਚੀਜ਼ਾਂ ਨੂੰ ਵੱਖਰੇ ਕਰਕੇ ਦੇਖ ਰਿਹਾ। ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਅਮਰੀਕਾ ਨੂੰ ਹੁਣ ਤੀਕਣ ਵੀ, ਯਾਨੀ ਇਹ ਦੋਸ਼ ਲਾਉਣ ਦੇ ਬਾਵਜੂਦ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਬੁਲਾਰੇ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਉਣ ਦੇ ਬਾਵਜੂਦ ਵੀ ਇੰਡੀਆ ਨੇ ਅਮਰੀਕਾ ਤੋਂ ਹਲੇ ਤੱਕ ਗੁਰਪਤਵੰਤ ਸਿੰਘ ਦੀ ਐਕਸਟ੍ਰੈਡੀਸ਼ਨ ਦੀ ਗੱਲ ਨਹੀਂ ਕੀਤੀ ਕਿ ਉਹਨੂੰ ਸਾਡੇ ਹਵਾਲੇ ਕਰੋ। ਇਹ ਇੰਡੀਆ ਕਿਉਂ ਨਹੀਂ ਕਰਦਾ? ਇਹ ਬੜੀ ਸਾਡੇ ਸਭ ਲਈ ਸਮਝਣ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਇੰਡੀਆ ਦੇ ਦੋ ਪਾਲਿਸੀਆਂ ਹਨ, ਕੈਨੇਡਾ ਲਈ ਹੋਰ ਅਤੇ ਅਮਰੀਕਾ ਲਈ ਹੋਰ। ਮੈਂ ਤੁਹਾਡੀ ਜਾਣਕਾਰੀ ਨੂੰ ਇੱਥੇ ਦੱਸਣਾ ਚਾਹੁੰਦਾ ਕਿ ਗੁਰਪਤਵੰਤ ਸਿੰਘ ਪੰਨੂ ਨਿਊਯਾਰਕ ਸ਼ਹਿਰ ਵਿੱਚ ਉਸ ਦਾ ਘਰ ਹੈ, ਉੱਥੇ ਰਹਿੰਦਾ ਹੈ। ਉਹਦੇ ਕੋਲ ਦੋਨੋਂ ਮੁਲਕਾਂ ਦੀ ਸਿਟੀਜ਼ਨ ਹੈ, USA ਦੀ ਯਾਨੀ ਅਮਰੀਕਾ ਦੀ ਅਤੇ ਨਾਲ ਹੀ ਕੈਨੇਡਾ ਦੀ। ਉਹਦੇ ਕੋਲ ਦੋਨੋਂ ਮੁਲਕਾਂ ਦੇ ਪਾਸਪੋਰਟ ਹਨ ਅਤੇ ਉਸ ਨੇ ਹੁਣ ਤੱਕ ਸਾਰੀ ਦੁਨੀਆ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ ਕਰਵਾਏ। ਮੈਂ ਤੁਹਾਡੇ ਨਾਲ ਮੁਲਕਾਂ ਦੀ ਸਾਂਝ ਪਾਉਂਦਾ, ਤੁਸੀਂ ਸੁਣ ਲਓ। ਕੋਈ ਵੀ ਮੁਲਕ ਨਹੀਂ ਰਹਿ ਗਿਆ ਇੰਪੋਰਟੈਂਟ, ਯਾਨੀ ਯੂਨਾਈਟਿਡ ਕਿੰਗਡਮ UK, ਫਿਰ ਆ ਗਿਆ ਫਰਾਂਸ, ਇਟਲੀ, ਆਸਟ੍ਰੇਲੀਆ, USA, ਕੈਨੇਡਾ ਵਿੱਚ ਵੀ ਹਲੇ ਚੱਲ ਰਿਹਾ, ਅਤੇ ਹੋਰ ਛੋਟੇ ਛੋਟੇ ਮੁਲਕਾਂ ਵਿੱਚ ਜਿਨ੍ਹਾਂ ਦਾ ਨਾਂ ਇੱਥੇ ਲੈਣਾ ਕੋਈ ਅਚੂਤ ਜ਼ਰੂਰੀ ਨਹੀਂ, ਕਿਉਂਕਿ ਉਹ ਘੱਟੋ ਘੱਟ 10-12 ਮੁਲਕਾਂ ਵਿੱਚ ਰੈਫਰੈਂਡਮ ਕਰਾ ਚੁੱਕਾ। ਮੈਂ ਕਈ ਵੀਡੀਓ ਕੀਤੀਆਂ ਜਿਨ੍ਹਾਂ ਵਿੱਚ ਮੈਂ ਇਸ ਗੱਲ ਦਾ ਸਵਾਲ ਉਠਾਇਆ ਕਿ ਵੀ ਭਾਰਤ ਅਮਰੀਕਾ ਤੋਂ ਗੁਰਪਤਵੰਤ ਸਿੰਘ ਪੰਨੂ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਿਉਂ ਨਹੀਂ ਕਰਦਾ, ਜਦ ਹੁਣ ਅਮਰੀਕਾ ਨੇ ਇੰਨਾ ਵੱਡਾ ਦੋਸ਼ ਲਾ ਦਿੱਤਾ ਹੈ ਜਿਹਦੇ ਬਾਰੇ ਕਿ ਇੰਡੀਆ ਭੜਕਿਆ ਨਹੀਂ, ਗਰਮਜੋਸ਼ੀ ਵੀ ਨਹੀਂ ਦਿਖਾਈ, ਤਾਂ ਹੁਣ ਮੰਗ ਲੈਣਾ ਚਾਹੀਦਾ, ਉਸ ਦੇ ਕਾਗਜ਼ੀ ਕਾਰਵਾਈ ਕਰਨੀ ਚਾਹੀਦੀ ਹੈ। ਜਦ ਉਹਦੇ 'ਤੇ ਇੰਡੀਆ ਨੇ ਕੇਸ ਰਜਿਸਟਰ ਕੀਤਾ, ਜਦੋਂ ਉਹਨੇ ਕਿਹਾ ਵੀ ਹਵਾਈ ਜਹਾਜ਼ ਜਿਹੜੇ ਏਅਰ ਇੰਡੀਆ ਦੇ 19 ਨਵੰਬਰ ਨੂੰ ਤੁਸੀਂ ਗਿਰਾ ਦਿੱਤੇ ਜਾਣਗੇ, ਉਹਦੀ ਵਾਰਨਿੰਗ ਸੀ, ਚੇਤਾਵਨੀ ਸੀ ਕਿ ਉਹਦੀ ਜੋ ਸੰਸਥਾ ਹੈ ਉਹ
ਇਹਨਾਂ ਨੂੰ ਗਿਰਾਏਗੀ, ਜਿਵੇਂ ਕਿ ਪਹਿਲੇ ਏਅਰ ਇੰਡੀਆ ਦਾ ਜੋ ਹਵਾਈ ਜਹਾਜ਼ ਮੌਂਟਰੀਅਲ ਤੋਂ ਨਿਊ ਦਿੱਲੀ ਨੂੰ ਆ ਰਿਹਾ ਸੀ, ਉਸ ਨੂੰ ਫਲਾਈਟ ਨੂੰ ਅਸਮਾਨ ਵਿੱਚ ਹੀ ਉਡਾ ਦਿੱਤਾ ਗਿਆ। ਉਸ ਵਿੱਚ ਬਹੁਤ ਸਾਰੀ ਗਿਣਤੀ ਭਾਰਤੀਆਂ ਦੀ ਸੀ, ਅਮਰੀਕਨ ਦੀ ਸੀ, ਕੈਨੇਡੀਅਨ ਦੀ ਸੀ ਅਤੇ ਹੋਰ ਕਈ ਮੁਲਕਾਂ ਦੀ ਸੀ। ਉਸ ਕੇਸ ਦੇ ਵੀ ਅਪਰਾਧੀ ਬਾਅਦ 'ਚ ਬਰੀ ਹੋ ਗਏ। ਸੋ ਇਹ ਕੇਸ ਰਜਿਸਟਰ ਕਰਨ ਦੇ ਬਾਵਜੂਦ ਹੁਣ ਤੀਕਣ ਇੰਡੀਆ ਨੇ ਉਸ ਦੀ ਐਕਸਟ੍ਰੈਡੀਸ਼ਨ ਦਾ ਕੇਸ ਕਿਉਂ ਨਹੀਂ ਮੂਵ ਕੀਤਾ? ਇਹ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਸਾਡੇ ਸਾਰੇ ਦਰਸ਼ਕਾਂ ਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ। ਹੁਣ ਮੈਂ ਇਹ ਵੀ ਹੁਣ ਇਹਦੀਆਂ ਇੰਪਲੀਕੇਸ਼ਨ ਦੱਸਦਾ ਕਿ ਕੈਨੇਡਾ ਨਾਲ ਤਾਂ ਸਿਰਫ ਸਾਡੇ ਵਪਾਰਕ ਸੰਬੰਧ ਹਨ, ਪਰ ਜਿਹੜਾ USA ਹੈ ਉਹਦੇ ਨਾਲ ਸਾਡਾ ਜਿਹੜੇ ਸਿਕਿਉਰਿਟੀ ਦੀਆਂ ਕਈ ਕਿਸਮ ਦੇ ਐਗਰੀਮੈਂਟ ਹਨ, ਜਿਹਦੇ ਵਿੱਚ ਅਸੀਂ ਸਾਂਝ ਪਾਈ ਹੈ ਅਮਰੀਕਾ ਨਾਲ, ਅਤੇ ਅਮਰੀਕਾ ਨਾਲ ਸਾਡੀ ਜਿਹੜੀ ਇੰਟਰਨੈਸ਼ਨਲ ਪੋਲੀਟਿਕਸ ਹੈ ਜੋ ਕਿ ਚਾਈਨਾ ਅਤੇ ਰਸ਼ੀਆ ਦੇ ਅਗੇਂਸਟ ਹੈ, ਉਹਦੇ ਵਿੱਚ ਵੀ ਅਸੀਂ ਕਈ ਕਿਸਮ ਦੇ ਗੁਪਤ ਅਤੇ ਖੁੱਲ੍ਹੇ ਤੌਰ 'ਤੇ ਵੀ ਕਈ ਸਾਡੇ ਉਹਨਾਂ ਨਾਲ ਐਗਰੀਮੈਂਟ ਹੈ। ਅਸੀਂ ਅਮਰੀਕਾ ਇਜ਼ਰਾਈਲ ਦੀ ਜੋ ਅਲਾਇੰਸ ਹੈ ਉਹਦਾ ਇੰਡੀਆ ਹਿੱਸਾ ਹੈ। ਸੋ ਇਹ ਚੀਜ਼ਾਂ ਕੈਨੇਡਾ ਬਾਰੇ ਨਹੀਂ ਹਨ। ਇਹ ਬੜੀ ਜੋ ਹੈ ਸਾਡੀ ਅਮਰੀਕਾ ਨਾਲ ਬਿਜ਼ਨਸ ਦੀ ਸਾਂਝ, ਅਮਰੀਕਾ ਤੋਂ ਅਸੀਂ ਹਥਿਆਰ ਖਰੀਦਦੇ ਹਾਂ ਔਰ ਅਮਰੀਕਾ ਤੋਂ ਅਸੀਂ ਟੈਕਨੋਲੋਜੀ ਖਰੀਦਦੇ ਹਾਂ, ਅਮਰੀਕਾ ਤੋਂ ਅਸੀਂ ਬੋਇੰਗ ਬਣਾਉਣ ਦੀ, ਰਿਪੇਅਰ ਦੀ ਟੈਕਨੋਲੋਜੀ ਵੀ ਲੈ ਰਹੇ ਹਾਂ, ਅਤੇ ਅਮਰੀਕਾ ਸਾਨੂੰ ਕਈ ਸੈਨਿਕ ਹੈਲੀਕਾਪਟਰ ਬਣਾਉਣ ਦੀ ਟੈਕਨੋਲੋਜੀ ਦੀ ਵੀ ਸਾਂਝ ਪਾ ਰਿਹਾ। ਸੋ ਅਮਰੀਕਾ ਕੈਨੇਡਾ ਨਹੀਂ ਹੈ, ਨੰਬਰ 1। ਨੰਬਰ 2, ਅਮਰੀਕਾ ਇੱਕ ਸੁਪਰ ਪਾਵਰ ਹੈ। ਇਸ ਵੇਲੇ ਵੀ ਦੁਨੀਆ 'ਚ ਸਭ ਤੋਂ ਵੱਧ ਉਹਦੀ ਤੂਤੀ ਬੋਲਦੀ ਹੈ, ਚਾਹੇ ਉਹਦੇ ਸਾਹਮਣੇ ਚਾਈਨਾ ਔਰ ਰਸ਼ੀਆ ਇੱਕ ਅਲਾਇੰਸ ਬਣਾ ਕੇ ਉਸ ਨੂੰ ਚੈਲੰਜ ਵੀ ਕਰ ਰਹੇ ਹਨ ਅਤੇ ਉਹਦੇ ਸਾਹਮਣੇ ਡਟ ਕੇ ਖੜ੍ਹੇ ਵੀ ਹਨ। ਉਹਨਾਂ ਦੀ ਜਿਹੜੀ ਅਮਰੀਕਾ ਦੀ ਰਸ਼ੀਆ ਚਾਈਨਾ ਅਲਾਇੰਸ ਨਾਲ ਆਪੋ 'ਚ ਜੋ ਗਰਮ ਅਤੇ ਜਿਸ ਨੂੰ ਅਸੀਂ ਕਹਿੰਦੇ ਹਾਂ ਸੰਬੰਧਾਂ ਵਿੱਚ ਉਹਨਾਂ ਦੇ ਤਰੇੜਾਂ ਹਨ, ਇੰਡੀਆ ਅਮਰੀਕਾ ਨਾਲ ਖੜ੍ਹਾ ਹੈ। ਸੋ ਇਹ ਜਿਹੜੀ ਭਾਰਤ ਦੀ ਦੋਗਲੀ ਪਾਲਿਸੀ ਹੈ ਕੈਨੇਡਾ ਬਾਰੇ ਹੋਰ ਅਤੇ ਅਮਰੀਕਾ ਬਾਰੇ ਹੋਰ, ਉਸ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਕੀਤੀ ਸਾਂਝੀ। ਤੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਡੀਆ ਨੇ ਹੁਣ ਤੀਕਨ ਜੋ ਖਾਲਿਸਤਾਨੀ ਦੁਨੀਆ ਭਰ ਵਿੱਚ ਲੁਕੇ ਹੋਏ ਸੀ, ਚਾਹੇ ਇੰਡੀਆ ਨਹੀਂ ਮੰਨਦਾ ਅਤੇ ਨਾ ਹੀ ਇੰਡੀਆ ਨੂੰ ਮੰਨਣਾ ਚਾਹੀਦਾ ਹੈ, ਨਾ ਹੀ ਅਸੀਂ ਇਹ ਕਹਿੰਦੇ ਹਾਂ ਇੰਡੀਆ ਨੇ ਕਰਾਏ ਨੇ, ਪਰ ਮੁਲਕਾਂ ਨੇ ਜੋ ਦੋਸ਼ ਲਾਏ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਹਰਦੀਪ ਸਿੰਘ ਨਿੱਜਰ ਤੋਂ ਪਹਿਲੇ ਪਰਮਜੀਤ ਸਿੰਘ ਪੰਜਵੜ ਜੋ ਖਾਲਿਸਤਾਨ ਕਮਾਂਡੋ ਫੋਰਸ ਦੇ ਪਾਕਿਸਤਾਨ ਵਿੱਚ ਰਹਿ ਰਹੇ ਸੀ, ਉਹਨਾਂ ਨੂੰ ਉੱਥੇ ਫਲੈਟ ਮਿਲਿਆ ਹੋਇਆ ਸੀ, ਸਿਕਿਉਰਿਟੀ ਗਾਰਡ ਮਿਲੇ ਹੋਏ ਸੀ, ਤਾਂ ਉਹਨਾਂ ਦੀ ਮੌਤ 2 ਅਣਪਛਾਤੇ ਮੋਟਰਸਾਈਕਲਿਸਟ ਸਵੇਰੇ 6-7 ਵਜੇ ਜਦੋਂ ਉਹ ਸੈਰ ਕਰ ਰਹੇ ਸਨ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਗਏ। ਇਸ ਤੋਂ ਪਹਿਲੇ ਹਰਮੀਤ ਸਿੰਘ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 8ਵੇਂ ਮੁਖੀ ਸਨ, ਜਿਨ੍ਹਾਂ ਨੂੰ ਹਰਮੀਤ ਸਿੰਘ ਹੈਪੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ PhD ਸਨ, ਇਸ ਲਈ ਉਹਨਾਂ ਨੂੰ PhD ਵੀ ਕਿਹਾ ਜਾਂਦਾ ਹੈ, ਉਹਨਾਂ ਦੀ ਵੀ ਕਤਲ ਹੋਇਆ। ਇਸੇ ਤਰ੍ਹਾਂ ਅਵਤਾਰ ਸਿੰਘ ਖੰਡਾ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਨ, ਉਹਨਾਂ ਦਾ ਵੀ
ਜਿਸ ਤਰ੍ਹਾਂ ਦੇਹਾਂਤ ਹੋਇਆ ਉਹ ਵੀ ਬੜੇ ਕੰਟਰੋਵਰਸ਼ੀਅਲ ਸਰਕਮਸਟਾਂਸਿਸ 'ਚ ਹੋਇਆ। ਖਾਲਿਸਤਾਨੀ ਦੋਸ਼ ਲਾਉਂਦੇ ਹਨ ਕਿ ਉਹਨਾਂ ਨੂੰ ਪੋਇਜ਼ਨ ਕਰਕੇ ਮਾਰਿਆ ਗਿਆ, ਪਰ ਉੱਥੋਂ ਦੀ ਸਰਕਾਰ ਇਹ ਕਹਿੰਦੀ ਹੈ ਕਿ ਉਹ ਕੈਂਸਰ ਦੇ ਰੋਗੀ ਸਨ ਅਤੇ ਉਹਨਾਂ ਦੇ ਬਲੱਡ ਵਿੱਚ ਕੋਈ ਬਿਮਾਰੀ ਸੀ ਜਿਸ ਦਾ ਇਲਾਜ ਨਹੀਂ ਹੋ ਸਕਿਆ, ਅਤੇ ਹਸਪੀਟਲ 'ਚ ਬਰਮਿੰਘਮ ਦੇ ਨੇੜੇ ਪ੍ਰਾਈਵੇਟ ਹਸਪੀਟਲ 'ਚ ਉਹਨਾਂ ਦੀ 15 ਦਿਨ ਬਾਅਦ ਡੈਥ ਹੋ ਗਈ। ਸੋ ਇਹ ਸਾਰਾ ਗੱਲ ਨੂੰ ਮੈਂ ਸਮਾਪਤ ਕਰਨ ਤੋਂ ਪਹਿਲੇ ਇੱਕ ਵਾਰੀ ਫਿਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਕੌਂਸਲ ਦਾ ਸਪੋਕਸਮੈਨ ਹੈ, ਅਡਰੀਨ ਵਾਸਟਨ ਦੀ ਭਾਰਤ ਨੂੰ ਦਿੱਤੀ ਹੋਈ ਚੇਤਾਵਨੀ ਬੜੇ ਮਾਇਨੇ ਰੱਖਦੀ ਹੈ, ਇਸ ਦੇ ਬੜੇ ਅਹਿਮ ਮਤਲਬ ਹਨ, ਅਤੇ ਮੈਂ ਯਤਨ ਕੀਤਾ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਇਹਦੀ ਮਹੱਤਤਾ ਕੀ ਹੈ ਇਸ ਸੰਸਥਾ ਦੀ, ਅਤੇ ਇਸ ਵਿੱਚ ਕੀ ਕਾਰਜਕਾਰੀ ਪਏਗੀ। ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ। ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ, ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋ, ਔਰ ਜੇਕਰ ਤੁਸੀਂ ਹੁਣ ਤੱਕ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਸਤਿ ਸ੍ਰੀ ਅਕਾਲ।